ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਇਹ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੰਗਤ ਸੁਨਾਟ ਟੋਲੀ ਨਾਂ ਤੋਂ ਜਾਣਿਆ ਜਾਂਦਾ ਹੈ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੇ ਆਪਣੇ ਚਰਨ ਪਾਏ ਨੇ। ਉਸ ਤੋਂ ਪਹਿਲਾਂ ਇਸ ਸਥਾਨ ਤੇ ਮਰਦਾਨਾ ਜੀ ਆਏ, ਜਿਹੜੇ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਚਰਨ ਕਮਲ ਤੋਂ ਪੱਥਰ ਦਿੱਤਾ ਸੀ ਮਰਦਾਨਾ ਜੀ ਨੂੰ, ਉਹਦਾ ਪਰਖ ਇਸੇ ਸਥਾਨ ਤੇ ਹੋਇਆ ਹੈ। ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਾਰ ਉਦਾਸੀ ਚਾਰੋਂ ਦਿਸ਼ਾ ਤੇ ਆਪ ਜੀ ਨੇ ਗੁਰਸਿੱਖੀ ਦਾ ਮਹਾਨ ਕੇਂਦਰ ਸਥਾਪਨ ਕੀਤੇ, ਪੂਰਬ ਪੱਛਮ ਉੱਤਰ ਤੇ ਦੱਖਣ। ਪਹਿਲੀ ਉਦਾਸੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪੂਰਬ ਦੇਸ਼ ਦਾ ਯਾਤਰਾ ਆਰੰਭ ਕੀਤੇ। ਪੰਜਾਬ ਕਰਤਾਰਪੁਰ ਤੋਂ ਉੱਤਰਾਖੰਡ ਹੁੰਦੇ ਹੋਏ ਬਾਲਾ ਜੀ ਤੇ ਮਰਦਾਨਾ ਜੀ ਦੇ ਨਾਲ ਤਿੱਬਤ, ਸਿੱਕਮ, ਨੇਪਾਲ ਤੇ ਜਨਕਪੁਰ ਦੇ ਰਾਹੀਂ ਆਪ ਜੀ ਪਟਨੇ ਸ਼ਹਿਰ ਵੱਲ ਆ ਰਹੇ ਸਨ, ਜਿੱਥੇ ਕਿ ਹੁਣ ਅੱਜ ਕੱਲ੍ਹ ਗੁਰਦੁਆਰਾ ਗਊ ਘਾਟ ਸਾਹਿਬ ਤੋਂ ਜਾਣਿਆ ਜਾਂਦਾ ਹੈ। ਇਸ ਸਥਾਨ ਤੇ ਆਪਣੇ ਡੇਰਾ ਲਾਏ, ਭਗਤ ਜੈਤਾ ਮਲ ਜੀ ਨੂੰ ਦਰਸ਼ਨ ਦਿੱਤੇ। ਪੁਰਾਤਨ ਸਮੇਂ ਉਸ ਦਾ ਨਾਮ ਸੀ ਬਿਸ਼ੰਭਰਪੁਰ। ਤੇ ਮਰਦਾਨਾ ਜੀ ਨੇ ਦੋਨੋਂ ਹੱਥ ਜੋੜ ਕਰਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਜੀਓ, ਸਾਨੂੰ ਕੁਝ ਛਕਣ ਵਾਸਤੇ ਦਿਓ, ਕਿਉਂਕਿ ਬੜੇ ਜ਼ੋਰ ਦੇ ਨਾਲ ਭੁੱਖ ਲੱਗਿਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਮਰਦਾਨਾ ਜੀ ਦੇ ਬਚਨ ਸੁਣ ਕਰਕੇ ਆਪਣੇ ਚਰਨ ਕਮਲ ਤੋਂ ਇੱਕ ਛੋਟਾ ਜਿਹਾ ਪੱਥਰ ਚੁੱਕ ਕੇ ਮਰਦਾਨੇ ਦੇ ਹੱਥ ਵਿੱਚ ਫੜਾ ਦਿੱਤੇ ਤੇ ਕਿਹਾ, ਭਾਈ ਨੂੰ ਲੈ ਜਾ ਕੇ ਬਾਜ਼ਾਰ ਵਿੱਚ ਵੇਚ ਆ, ਇਹਦੇ ਪੈਸੇ ਦੇ ਆਪ ਜੀ ਰਸਤ ਲਿਆ, ਲੰਗਰ ਤਿਆਰ ਕਰੋ, ਨਾਲੇ ਆਪ ਛਕੋ ਨਾਲੇ ਸੰਗਤਾਂ ਨੂੰ ਵੀ ਛਕਾਓ। ਮਰਦਾਨਾ ਜੋ ਪੱਥਰ ਲੈ ਕਰਕੇ ਜਦ ਬਾਜ਼ਾਰ ਵਿੱਚ ਆਏ, ਅਨੇਕਾਂ ਦੁਕਾਨਦਾਰਾਂ ਨੂੰ ਵਿਖਾਇਆ, ਬਾਕੀ ਕਿਸੇ ਨੇ ਵੀ ਉਹਦੀ ਪਰਖ ਕੀਤੀ ਨਹੀਂ, ਮੁੱਲ ਦਿੱਤਾ। ਲੋਕ ਆਖਦੇ ਨੇ, ਭਾਈ ਇਹ ਤਾਂ ਪੱਥਰ ਹੈ, ਕਿਸੇ ਕੰਮ ਦਾ ਚੀਜ਼ ਨਹੀਂ, ਆਪ ਜੀ ਨੂੰ ਸਿੱਟ ਦਿਓ। ਆਪ ਜੀ ਪਰਦੇਸੀ ਜਾਪਦੇ ਹੋ ਤੇ ਆਟਾ, ਘਿਓ, ਚੌਲ ਜਿਹੜਾ ਕੁਛ ਲੈਣਾ ਲੈ ਕਰਕੇ ਰਸਤ ਆਪ ਜੀ ਲੰਗਰ ਤਿਆਰ ਕਰੋ, ਨਾਲੇ ਆਪ ਛਕੋ। ਮਰਦਾਨਾ ਜੀ ਸੋਚਾਂ ਵਿੱਚ ਪੈ ਗਏ ਕਿ ਗੁਰੂ ਸਾਹਿਬ ਜੀ ਮਹਾਰਾਜ ਆਖਦੇ ਨੇ ਇਹਦੇ ਰਸਤ ਲਿਆਉਣ ਵਾਸਤੇ ਵੇਚ ਕੇ, ਇਹ ਲੋਕ ਆਖਦੇ ਨੇ ਇਹ ਤਾਂ ਪੱਥਰ ਹੈ। ਸੋਚਦੇ ਵਿਚਾਰਦੇ ਹੋਏ ਸ਼ਹਿਰਾਂ ਦੇ ਗਲੀਆਂ ਵਿੱਚ ਘੁੰਮਦੇ ਹੋਏ ਪਟਨੇ ਦੇ ਜਦ ਇਸ ਇਲਾਕੇ ਵਿੱਚ ਆਏ, ਸਾਰਾ ਇਲਾਕਾ ਇਸ ਸੁਨਿਆਰਾਂ ਦਾ, ਜਿਸ ਸਥਾਨ ਤੇ ਆਪ ਜੀ ਬੈਠੇ ਹੋ, ਇਹ ਮੁਰਲੀਧਰ ਸੁਨਿਆਰੇ ਦਾ ਘਰ ਨਾਲੇ ਦੁਕਾਨ ਹੋਇਆ ਕਰਦਾ ਸੀ। ਮਰਦਾਨਾ ਜੀ ਜਦ ਮੁਰਲੀਧਰ ਦੇ ਦੁਕਾਨ ਤੇ ਆਏ, ਉਹ ਪੱਥਰ ਵੇਖਾਇਆ, ਕਿਹਾ, ਭਾਈ ਇਹਨੂੰ ਵੇਚਣਾ ਹੈ। ਲੋਕ ਆਖਦੇ ਨੇ, ਪੱਥਰ ਆਪ ਜੀ ਕੀ ਆਖਦੇ ਹੋ? ਮੁਰਲੀਧਰ ਹੱਥ ਵਿੱਚ ਲੈ ਕਰਕੇ ਜਦੋਂ ਵੇਖਿਆ, ਕਸੌਟੀ ਲਾਇਆ ਤੇ ਕਿਹਾ, ਭਾਈ ਇਹ ਤਾਂ ਬੜਾ ਅਮੋਲ ਵਸਤੂ ਹੈ, ਇਹ ਮੁੱਲ ਤੋਂ ਵੀ ਪਰੇ ਨੇ, ਇਸ ਦਾ ਨਾਮ ਹੈ ਲਾਲ। ਮੇਰੇ ਕੋਲ ਇਹਦੀ ਖਰੀਦਣ ਦੀ ਸਮਰੱਥਾ ਤੇ ਤਾਕਤ ਨਹੀਂ, ਇਸ ਦਾ ਮੁੱਲ ਆਪ ਜੀ ਨੂੰ ਨਹੀਂ ਦੇ ਸਕਦਾ ਹਾਂ। ਮਰਦਾਨਾ ਜੀ ਆਖਣ ਲੱਗੇ, ਭਾਈ ਕੋਈ ਤਾਂ ਹੋਏਗਾ ਇਸ ਨੂੰ ਖਰੀਦਣ ਵਾਲਾ ਇਸ ਸ਼ਹਿਰ ਦੇ ਵਿੱਚ। ਮੁਰਲੀਧਰ ਆਖਣ ਲੱਗੇ, ਹਾਂ ਇਹ ਸ਼ਹਿਰ ਦੇ ਵਿੱਚ ਬਹੁਤ ਵੱਡੇ ਧਨਾੜ ਨੇ, ਉਹਨਾਂ ਦਾ ਨਾਮ ਹੈ ਸਾਲਸਰਾਏ ਜੋਹਰੀ, ਉਹਨਾਂ ਕੋਲ ਚੱਲੋ, ਸ਼ਾਇਦ ਇਸ ਦੇ ਮੁੱਲ ਦੇ ਦੇਣਗੇ। ਜੇ ਸਾਲਸਰਾਏ ਜੋਹਰੀ ਦੇ ਘਰ ਗਏ, ਮਰਦਾਨਾ ਜੀ ਉਹ ਲਾਲ ਵਿਖਾਇਆ
ਵੇਖ ਕਰਕੇ ਤਾਂ ਬੜਾ ਅਚਰਜ ਹੋਇਆ। ਜਦੋਂ ਹੱਥ ਵਿੱਚ ਲੈ ਕੇ ਦਰਸ਼ਨ ਕੀਤਾ ਤੇ ਨਿਹਾਲ ਹੀ ਨਿਹਾਲ ਹੋ ਗਿਆ। ਆਪਣੇ ਨੌਕਰ ਅਧਰਕੇ ਨੂੰ ਆਵਾਜ਼ ਮਾਰ ਕਰਕੇ ਕਿਹਾ, ਭਾਈ ਖਜ਼ਾਨਿਆਂ ਦੇ ਵਿੱਚੋਂ 101 ਰੁਪਈਆ ਲੈ ਕੇ ਆਓ। ਮਰਦਾਨੇ ਜੀ ਨੂੰ ਆਖਣ ਲੱਗੇ ਕਿ ਆਪ ਜੀ ਨੇ ਬੜੇ ਅਮੋਲ ਵਸਤੂ ਦਾ ਦਰਸ਼ਨ ਕਰਾਇਆ ਹੈ, ਜਿਹਦਾ ਕੋਈ ਮੁੱਲ ਹੀ ਸੰਸਾਰ ਦੁਨਿਆਵੀ ਵਿੱਚ ਨਹੀਂ ਹਨ। ਇਸ ਧਰਤੀ ਦਾ ਲਾਲ ਨਹੀਂ, ਇਹ ਅਲੌਕਿਕ ਲਾਲ ਹੈ। ਤੇ ਆਪ ਜੀ ਨੇ ਸਾਨੂੰ ਦਰਸ਼ਨ ਕਰਾਇਆ ਤੇ 101 ਰੁਪਈਆ ਇਹ ਦਰਸ਼ਨੀ ਭੇਟ ਆਪ ਜੀ ਪ੍ਰਵਾਨ ਕਰੋ। ਤੇ ਸਾਡੇ ਕੋਲ ਵੀ ਇਹਦੀ ਖਰੀਦਣ ਦੀ ਸਮਰੱਥਾ ਤੇ ਤਾਕਤ ਨਹੀਂ, ਇਸ ਦਾ ਮੁੱਲ ਆਪ ਜੀ ਨੂੰ ਨਹੀਂ ਦੇ ਸਕਦਾ। ਇਹ ਦੱਸੋ ਕਿ ਲਾਲ ਆਪ ਜੀ ਕਿੱਥੋਂ ਲਿਆਏ ਹੋ? ਇਹ ਕਿਸਨੇ ਆਪ ਜੀ ਨੂੰ ਇਹ ਲਾਲ ਦਿੱਤਾ ਹੈ? ਇਹ ਬੜਾ ਅਮੋਲ ਵਸਤੂ ਹੈ। ਮਰਦਾਨਾ ਜੀ ਆਖਣ ਲੱਗੇ, ਆਪ ਨਿਰੰਕਾਰ ਪਰਮੇਸ਼ਵਰ ਤਿੰਨਾਂ ਲੋਕਾਂ ਦਾ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਵਕਤ ਬਿਸ਼ੰਭਰਪੁਰ ਗਊ ਘਾਟ ਬੈਠੇ ਹੋਏ ਭਗਤ ਜੈਤਾ ਮਲ ਜੀ ਦੇ ਡੇਰੇ ਦੇ ਵਿੱਚ ਉਹੀ ਮਾਲਕ ਨੇ, ਉਹੀ ਗੁਰੂ ਨੇ, ਉਹਨਾਂ ਨੇ ਹੀ ਸਾਨੂੰ ਇਹ ਲਾਲ ਦਿੱਤਾ ਹੈ। ਮਰਦਾਨਾ ਜੀ ਦੇ ਮੁਖੋਂ ਸੁਣ ਕਰਕੇ ਗੁਰੂ ਜੀ ਦਾ ਨਾਮ ਦੋਨੋਂ ਹੱਥ ਜੋੜ ਕੇ ਗੁਰੂ ਚਰਨਾਂ ਵੱਲ ਮੁਖਰਾ ਕਰਕੇ ਮੱਥਾ ਟੇਕ ਦਿੱਤਾ। ਸਾਲਸਰਾਏ ਜੋਹਰੀ ਤੇ ਮਰਦਾਨੇ ਜੀ ਨੂੰ ਆਖਣ ਲੱਗੇ, ਭਾਈ ਇਹ ਲਾਲ ਤਾਂ ਪੈਸੇ ਦੋਨੋਂ ਜਾ ਕੇ ਗੁਰੂ ਚਰਨਾਂ ਤੇ ਜਾ ਕੇ ਭੇਟਾ ਕਰਦੇ, ਮੱਥਾ ਟੇਕ ਦਿਓ। ਅਸਾਂ ਆਪ ਜੀ ਦੇ ਮਗਰ ਹੀ ਆ ਰਹੇ ਦਰਸ਼ਨ ਕਰਨ ਵਾਸਤੇ। ਸਾਲਸਰਾਏ ਜੋਹਰੀ ਆਪਣੇ ਘਰ ਵਿੱਚ ਗਏ। ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਆਪ ਜੀ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਉਹ ਲੰਗਰ ਲੈ ਕੇ ਗੁਰੂ ਚਰਨਾਂ ਵੱਲ ਤੁਰ ਪਏ ਸਮੇਤ ਪਰਿਵਾਰ। ਇੱਧਰ ਮੁਰਲੀਧਰ ਵੀ ਦਰਸ਼ਨ ਕਰਨ ਵਾਸਤੇ ਹਾਜ਼ਰੀ ਦਿੱਤੇ। ਗੁਰੂ ਚਰਨਾਂ ਤੇ ਪਹੁੰਚ ਕਰਕੇ ਲੰਗਰ ਛਕਾ ਕਰਕੇ ਮੱਥਾ ਟੇਕ ਕਰਕੇ ਲੰਗਰ ਛਕਾ ਕਰਕੇ ਅਨੇਕ ਪ੍ਰਕਾਰ ਦੇ ਫਿਰ ਗੱਲਬਾਤ ਹੋਣ ਲੱਗੇ। ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਨੂੰ ਉਪਦੇਸ਼ ਦਿੱਤੇ। ਗੁਰੂ ਸਾਹਿਬ ਜੀ ਦੇ ਪੂਰਨ ਭਗਤ ਸਿੱਖ ਬਣ ਗਏ। ਜਦੋਂ ਆਪਣੇ ਘਰ ਨੂੰ ਆਉਣ ਲੱਗੇ ਤਾਂ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਸਾਹਿਬ ਜੀਓ ਸਾਡੇ ਲੋਕਾਂ ਦੇ ਘਰ ਵੀ ਮਹਿਲਾਂ ਵਿੱਚ ਚਰਨ ਪਾਓ। ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਗਊ ਘਾਟ ਸਾਹਿਬ ਤੋਂ ਚੱਲ ਕਰਕੇ ਇਸ ਪਾਵਨ ਸਥਾਨ ਤੇ ਆਏ ਮੁਰਲੀਧਰ ਦੇ ਘਰ। ਮੁਰਲੀਧਰ ਦੋਨੋਂ ਚਰਨ ਧੋ ਕਰਕੇ ਚਰਨਾ ਅੰਮ੍ਰਿਤ ਲੈ ਤੇ ਸਿੱਖ ਸਜੇ ਸਮੇਤ ਪਰਿਵਾਰ ਸੇਵਾ ਤੋਂ ਪ੍ਰਭਾਵਿਤ ਹੋ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਆਖਣ ਲੱਗੇ, ਮੁਰਲੀਧਰ ਇੱਥੇ ਆਪ ਜੀ ਹੁਣ ਸਤਸੰਗਤ ਕਰੋ ਦੋਨੋਂ ਵਕਤ, ਸੁਬਹ ਤੇ ਸ਼ਾਮ ਸਤਨਾਮ ਵਾਹਿਗੁਰੂ ਦਾ ਨਾਮ ਜਪਾਓ। ਆਪ ਵੀ ਜਪੋ ਸਮੇਤ ਪਰਿਵਾਰ ਸਾਰੇ ਸੰਗਤਾਂ ਨੂੰ ਜਪਾਓ, ਕਿਉਂਕਿ ਤੀਰਥ ਸਥਾਨ ਬਣ ਚੁੱਕਿਆ। ਆਉਣ ਵਾਲੇ ਸਮੇਂ ਵਿੱਚ ਇੱਥੇ ਆ ਕੇ ਸੰਗਤਾਂ ਦਰਸ਼ਨ ਕਰਕੇ ਆਪ ਜੀ ਅਰਦਾਸਾਂ ਬੇਨਤੀ ਕਰਕੇ ਮਨ ਬਾਚਿਤ ਮੁਰੀਦਾਂ ਪੂਰੀਆਂ ਕਰਿਆ ਕਰਨਗੇ। ਉਸ ਦਿਨ ਤੋਂ ਫਿਰ ਮੁਰਲੀਧਰ ਇੱਥੇ ਸਤਸੰਗਤ ਦਾ ਪ੍ਰਵਾਹ ਚਲਾਉਂਦੇ ਰਹੇ, ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਇਹ ਸਾਰਾ ਇਲਾਕਾ ਸੁਨਿਆਰਾਂ ਦਾ ਬਾਜ਼ਾਰ ਹੋਣ ਕਰਕੇ ਇਹੀ ਸੰਗਤ ਸਭ ਪ੍ਰਾਤਨ ਤਾਂ ਇਸ ਗੁਰਦੁਆਰੇ ਦਾ ਨਾਂ ਸੰਗਤ ਸੁਨਾਟ ਟੋਲੀ ਨਾਂ ਤੋਂ ਜਾਣਿਆ ਜਾਂਦਾ ਹੈ। ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਥਾਨ ਤੋਂ ਸਾਲਸਰਾਏ ਜੋਹਰੀ ਦੇ ਘਰ ਮਹਿਲ ਦੇ ਵਿੱਚ ਗਏ। ਸਾਲਸਰਾਏ ਜੋਹਰੀ ਨੂੰ ਆਪਣੇ ਦਸਤਾਰ ਲਾ ਕਰਕੇ 2.5 ਗਜ਼ ਦਸਤਾਰ ਆਪਣੇ ਹੱਥੀ ਸਾਲਸਰਾਏ ਜੋਹਰੀ ਤੇ ਸਿਰ ਤੇ ਬੰਨ੍ਹ ਦਿੱਤੇ ਤੇ ਪਹਿਲੀ ਉਦਾਸੀ ਗੁਰਸਿੱਖੀ ਦਾ ਮਹਾਨ ਕੇਂਦਰ ਸਥਾਪਨ ਕੀਤੇ। ਪਹਿਲੀ ਮੰਜੀ ਉਹਦੇ ਮੁਖੀ ਸਾਲਸਰਾਏ ਜੋਹਰੀ ਨੂੰ ਸੌਂਪਿਆ। ਜਥੇਦਾਰ
ਉਹ ਪਾਵਨ ਪਵਿੱਤਰ ਸਥਾਨ ਜਿੱਥੇ ਕਿ 10ਵੇਂ ਗੁਰੂ ਨਾਨਕ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਲਿਓ, ਜਿੱਥੇ ਕਿ ਬਾਲਾ ਪ੍ਰੀਤਮ ਜੀ ਮਹਾਰਾਜ ਆਪਣੇ ਚਰਨ ਕਮਲ ਤੋਂ ਉਸ ਧਰਤੀ ਨੂੰ ਸਿੰਚਿਆ ਹੈ। ਅਨੇਕ ਪ੍ਰਕਾਰ ਦੇ ਕੌਤਕ ਤੇ ਖੇਡਾਂ ਕੀਤੇ ਨੇ। ਕਦੀ ਗੁਲੇਲੇ ਦੇ ਨਾਲ, ਤੀਰਾਂ ਦੇ ਨਾਲ ਘੜੇ ਭੰਨ ਦਿੱਤੇ, ਕਦੀ ਬਿਸੰਬਰਾ ਦੇ ਗੋਦਾਂ ਵਿੱਚ ਜਾ ਕੇ ਧਰਮ ਦੇ ਪੁੱਤਰ ਬਣ ਗਏ, ਕਦੇ ਰਾਮ ਦੇ ਰੂਪ ਵੀ ਦਰਸ਼ਨ ਦੇ ਦਿੱਤੇ, ਕਦੀ ਕੰਗਣ ਸਿੱਟ ਦਿੱਤੇ। ਅਨੇਕ ਪ੍ਰਕਾਰ ਦੇ ਕੌਤਕ ਤੇ ਕੀਤੇ। ਉਹ ਸੱਚਖੰਡ ਸਾਲਸਰਾਏ ਜੋਹਰੀ ਦਾ ਘਰ ਤੇ ਮਹਿਲ ਹੋਇਆ ਕਰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।